ਬਿਜ਼ਨਸਮੈਨ ਦੀ ਡਿਊਟੀ ਹੈ ਨਾ ਜੀ, ਉਹ 10 ਤੋਂ 12 ਘੰਟੇ ਦੀ ਆਪਣੀ ਸ਼ਾਪ ਦੇ ਉੱਤੇ ਜਦੋਂ ਉਹ ਆਪਣੀ ਡਿਊਟੀ ਕਰਕੇ ਵਿਚਾਰਾ ਸਾਰਾ ਦਿਨ ਮਿਹਨਤ ਕਰਕੇ ਘਰੋਂ ਨਿਕਲਦਾ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਭ੍ਰਿਸ਼ਟਾਚਾਰ ਕਰੇ, ਭਾਵੇਂ ਉਹ ਕੋਈ ਅਫਸਰ ਹੋਵੇ, ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ, ਬਿਲਕੁਲ ਬਰਦਾਸ਼ਤ ਨਹੀਂ ਹੋਊਗਾ। ਪੰਜਾਬ ਸਰਕਾਰ ਕਰ ਰਹੀ ਹੈ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ। ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਲਈ ਉਹਨਾਂ ਦਾ ਇੱਕ ਵੱਡਾ ਉਪਰਾਲਾ, ਯਾਨੀ ਕਿ ਐਂਟੀ ਕਰਪਸ਼ਨ ਨੰਬਰ ਜਿਹੜਾ ਆ ਉਸ ਨੂੰ ਲਾਂਚ ਕਰਨਾ। ਪਹਿਲਾਂ ਅਸੀਂ ਕੋਈ ਵੀ ਸਰਕਾਰੀ ਕੰਮ ਹੁੰਦੇ ਸੀਗੇ ਤਾਂ ਦਫ਼ਤਰੀ ਜਾਣਾ ਪੈਂਦਾ ਸੀ, ਕਿਤੇ ਵੀ ਜਾਂਦੇ ਸੀ ਤਾਂ ਰਿਸ਼ਵਤ ਮੰਗਦੇ ਸੀ। ਜਦ ਦੀ ਭਗਵੰਤ ਮਾਨ ਸਰਕਾਰ ਆਈ ਆ, ਸਾਨੂੰ ਕੋਈ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਂਦੀ ਔਰ ਇੱਕ ਦਿਨ ਦੇ ਵਿੱਚ ਹੀ ਸਾਡੇ ਸਾਰੇ ਕੰਮ ਕੀਤੇ ਜਾਂਦੇ। ਜਿਵੇਂ ਕਿ ਮੈਂ ਤਹਿਸੀਲ ਗਰਾਇਆਂ ਦੇ ਵਿੱਚ ਗਿਆ ਪਾਵਰ ਅਟਾਰਨੀ ਕਰਾਉਣ, ਉੱਥੇ ਮੇਰਾ 1 ਰੁਪਈਆ ਤੱਕ ਨਹੀਂ ਲੱਗਿਆ। ਛੇਤੀ ਤੋਂ ਛੇਤੀ ਮੇਰਾ ਕੰਮ ਹੋਇਆ। ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ। ਜੇ ਕੋਈ ਸਰਕਾਰੀ ਕੰਮ ਦੇ ਬਦਲੇ ਮੰਗਦਾ ਹੈ ਰਿਸ਼ਵਤ, ਤਾਂ ਤੁਸੀਂ ਵੀਡੀਓ ਬਣਾ ਕੇ ਜਾਂ ਫਿਰ ਕਾਲ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ 950120 00200। ਤੇ ਸ਼ਹਿਰ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਹੈ ਵੀ ਲੁੱਟਾਂ ਖੋਹਾਂ ਕਰਨ ਵਾਲੇ ਲੁੱਟਾਂ ਖੋਹਾਂ ਕਰਦੇ ਨੇ ਔਰ ਉਸ ਨਾਲ ਉਹਦਾ ਸਰੀਰਕ ਨੁਕਸਾਨ ਵੀ ਕਰਦੇ ਨੇ। कमिश्नर ऑफ पुलिस हो, जब बिजनेसमैन घर जाता है या कोई भी आम बंदा घर जाता है तो उसको कम से कम ये सेफ्टी तो चाहिए ना कि है ना। तो क्या इसके लिए क्या आंसर? जो स्नैचिंग के रिगार्डिंग ना सर, हमने स्पेशल व्हीकल भी चलाए हैं सर, एंड बहुत ऑपरेशनल लेवल पे सर हमने वारदात को जो थी सर, जो पहले मतलब 10 थी, अब 2, 3, 1 पे भी आ गई है सर। एंड मैं सर गारंटी देता हूँ सर सीएम साहब की तरफ से भी कि हम इस पे और अच्छा काम करेंगे। एंड सर वी विल इंश्योर के आइंदा आने वाले टाइम में सर जो है ये इनको हॉटस्पॉट आइडेंटिफाई करके ये बिल्कुल भी नहीं होगी सर, 0% पे ले आएंगे सर। ਜਦੋਂ ਇਹ ਮੇਰਾ ਪ੍ਰਸ਼ਨ ਵੀ ਹੈ ਤੇ ਕਹਿ ਲਓ ਵੀ ਮੇਰੀ ਰਿਕੁਐਸਟ ਵੀ ਹੈ ਤੁਹਾਨੂੰ। ਮੈਂ ਹਲਕਾ ਵੈਸਟ ਤੋਂ ਇੱਕ ਬਿਜ਼ਨਸਮੈਨ ਆ, ਸੰਜੀਵ ਅਰੋੜਾ ਜੀ ਖਲੋਤੇ ਨੇ, ਇਹਨਾਂ ਦਾ ਵੋਟਰ ਆ, ਤੇ ਮੇਰੇ ਕੌਂਸਲ ਸਾਹਿਬ ਗੁਰਪ੍ਰੀਤ ਬੱਬਲ ਜੀ ਖਲੋਤੇ ਨੇ ਸਾਹਮਣੇ ਬਿਲਕੁਲ ਜੀ। ਔਰ ਮੇਰਾ ਇਹ ਤੁਹਾਨੂੰ ਰਿਕੁਐਸਟ ਹੈ ਮੇਰੀ ਕਿ ਵੀ ਮੈਂ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਵੀ ਬਿਜ਼ਨਸਮੈਨ ਦੀ ਡਿਊਟੀ ਹੈ ਨਾ ਜੀ, ਉਹ 10 ਤੋਂ 12 ਘੰਟੇ ਦੀ ਆਪਣੀ ਸ਼ਾਪ ਦੇ ਉੱਤੇ ਜਦੋਂ ਉਹ ਆਪਣੀ ਡਿਊਟੀ ਕਰਕੇ ਵਿਚਾਰਾ ਸਾਰਾ ਦਿਨ ਮਿਹਨਤ ਕਰਕੇ ਘਰੋਂ ਨਿਕਲਦਾ ਤੇ ਸ਼ਹਿਰ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਹੈ ਵੀ ਲੁੱਟਾਂ ਖੋਹਾਂ ਕਰਨ ਵਾਲੇ ਲੁੱਟਾਂ ਖੋਹਾਂ ਕਰਦੇ ਨੇ ਔਰ ਉਸ ਨਾਲ ਉਹਦਾ ਸਰੀਰਕ ਨੁਕਸਾਨ ਵੀ ਕਰਦੇ ਨੇ। ਇਸ ਚੀਜ਼ ਤੋਂ ਬਿਜ਼ਨਸਮੈਨ ਬਹੁਤ ਪਰੇਸ਼ਾਨ ਹੈ। ਸ਼ਹਿਰ ਦੇ ਕਈ ਪੁਆਇੰਟ ਐਸੇ ਨੇ ਜਿਨ੍ਹਾਂ ਦੇ ਵੀ ਲਾਈਟਾਂ ਨਹੀਂ ਹੈਗੀਆਂ ਬਿਲਕੁਲ, ਔਰ ਲੁੱਟਾਂ ਖੋਹਾਂ ਹੁੰਦੀਆਂ ਨੇ ਔਰ ਸਵੇਰੇ ਸ਼ਹਿਰ ਦੇ ਜਾਣ ਵਾਲੇ ਬਜ਼ੁਰਗ ਵੀ ਸੇਫ ਨਹੀਂ ਹਨ। ਤੁਸੀਂ ਦੂਸਰਾ ਕਦਮ ਇਹ ਚੱਕੋ ਵੀ ਜਿਹੜਾ ਇਹ ਜੋ ਲੁੱਟਾਂ ਖੋਹਾਂ ਕਰਨ ਵਾਲੇ ਹਨ ਵੀ ਉਹਨਾਂ ਤੋਂ ਬਚਾਇਆ ਜਾਵੇ ਬਿਜ਼ਨਸਮੈਨਾਂ ਨੂੰ। सीपी साहब कहाँ है? कुलदीप चाल सर ऊपर आई। तो जो ये मेरे ख्याल में सारे लुधियाना की मुश्किल ही बताई है, सिर्फ वेस्ट की नहीं है। तो आप कमिश्नर ऑफ पुलिस हो, जब बिजनेसमैन घर जाता है या कोई भी आम बंदा घर जाता है तो उसको कम से कम ये सेफ्टी तो चाहिए ना कि है ना। तो क्या इसके लिए क्या आंसर? सर मैं रिक्वेस्ट करूंगा सर, पिछले टाइम से सर जो स्नैचिंग के रिगार्डिंग ना सर हमने स्पेशल व्हीकल भी चलाए हैं सर, एंड बहुत ऑपरेशनल लेवल पे सर हमने वारदात को जो थी सर, जो पहले मतलब 10 थी, अब 2, 3, 1 पे भी आ गई है सर। एंड मैं सर गारंटी देता हूँ सर सीएम साहब की तरफ से भी कि हम इस पे और अच्छा काम करेंगे। एंड सर वी विल इंश्योर के आइंदा आने वाले टाइम में सर जो है ये इनको हॉटस्पॉट आइडेंटिफाई करके ये बिल्कुल भी नहीं होगी सर, 0% पे ले आएंगे सर। थैंक यू सर। थैंक यू जी। स्ट्रिक्ट ऑर्डर कर दिए पुलिस को कि लॉ एंड ऑर्डर की जो पैटी क्राइम है, स्नैचिंग है, ये मोबाइल छीन लिया, किसी की बालियां छीन ली, ये नहीं चलेगा पंजाब में। और कुलदीप चाल जी जो कि कमिश्नर पुलिस हैं, उनको मैंने ऑर्डर कर दिया। और सर
की तो पहले दिन से ही मेरे ख्याल में ये सोच बना के ही पार्टी बनाई थी। तो सर आप क्या? देखिए, मैं आपकी बात से पहली चीज तो ये कि नशे के खिलाफ ये जो युद्ध छेड़ा गया है, मुझे नहीं लगता कि पंजाब के इतिहास में इस तरह का काम आज तक कभी हुआ है। ये युद्ध जारी रहा और जारी रहेगा तो थोड़े समय के बाद आप इस क्राइम में भी गिरावट देखोगे। अभी बहुत सारे गरीब घरों के बच्चे हैं जो नशा करते हैं और एक एक दिन में, जैसे एक रिहैबिलिटेशन सेंटर में गए थे हम लोग, वहां बच्चे जो एडमिट थे उनसे पूछा कि बेटा एक दिन में कितने रुपए का नशा करते हो? कहते 3,000 रुपए का, 4,000 रुपए का एक दिन में। एक बच्चा, गरीब बच्चा 4,000 रुपए का डेली नशा करने का पैसा कहां से आता है? हमने उससे पूछा पैसा कहां से आता है? कहता है जी अब आदत लत पड़ गई है, जहां से मर्जी पैसा लाना पड़े। इसकी वजह से क्राइम बढ़ गया है, नशे की वजह से। नशा कम होगा, एक तरफ हमारे बच्चे भी बचेंगे और दूसरी तरफ क्राइम भी इसके साथ धीरे धीरे आप देखोगे कि कम होता जाएगा। नहीं तो अगर नशा बढ़ता गया तो क्राइम भी बढ़ता जाएगा, चाहे जितनी मर्जी पुलिसिंग कर लें। इस नशे के खिलाफ ये जो युद्ध है ये अब जारी रहेगा जब तक हम नशे को खत्म नहीं कर देते। सबसे बड़ा इसका उदाहरण ये है कि नशे के विरुद्ध युद्ध सफल हो रहा है कि पाकिस्तान पूरी तरह से छटपटा गया है। पाकिस्तान से सारा नशा आता था, बॉर्डर के 70% ड्रोन कम हो गए। वो ड्रोन जो आया करते थे पाकिस्तान से, वो माल चुकने वाले लोग नहीं बचे बॉर्डर के ऊपर, क्योंकि सबको पुलिस ने फड़ लिया। तो अब आप सबका सहयोग चाहिए। ये जो युद्ध छेड़ा है हम लोगों ने, इससे कानून व्यवस्था भी ठीक होगी, नशा भी खत्म होगा।